ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਬ ਸੰਸਾਰ ਸਿੱਖ ਸੰਮੇਲਨ ਬਾਰੇ ਵਿਚਾਰ ਸਾਂਝੇ ਕਰਾਂਗੇ। ਇਸ ਸਮੁੱਚੇ ਮਾਹੌਲ ਵਿੱਚ ਸਿੰਘ ਸਾਹਿਬਾਨ ਦੁਆਰਾ ਧਾਰਨ ਕੀਤਾ ਗਿਆ ਸਰਕਾਰ ਵਿਰੋਧੀ ਵਤੀਰਾ ਭਾਰੀ ਅਹਿਮੀਅਤ ਅਖਤਿਆਰ ਕਰ ਗਿਆ ਸੀ। ਇਸ ਨਾਲ ਸਿੱਖ ਪੰਥ ਅੰਦਰ ਤੀਬਰ ਜੋਸ਼ ਦੀ ਤਰੰਗ ਪੈਦਾ ਹੋ ਗਈ ਸੀ। 17 ਜੁਲਾਈ ਦੀ ਸ਼ਾਮ ਨੂੰ ਹੀ 5 ਸਿੰਘ ਸਾਹਿਬਾਨ ਵੱਲੋਂ ਸੰਤਾ ਸਿੰਘ ਨੂੰ ਭਾਰੀ ਤਾੜਨਾ ਕਰਦਾ ਲਿਖਤੀ ਪੱਤਰ ਭੇਜ ਦੇਣ ਅਤੇ ਫਿਰ ਉਸ ਵੱਲੋਂ ਪ੍ਰਗਟਾਈ ਜਿੱਦ ਦੇ ਮੱਦੇ ਨਜ਼ਰ ਉਸ ਨੂੰ 19 ਜੁਲਾਈ ਨੂੰ ਤਨਖਾਹੀਆ ਕਰਾਰ ਦੇਣ ਅਤੇ ਅੰਤ ਵਿੱਚ 22 ਜੁਲਾਈ ਨੂੰ ਪੰਥ ਵਿੱਚੋਂ ਖਾਰਜ ਕਰ ਦੇਣ ਦੀ ਕਾਰਵਾਈ ਨੇ ਪੰਥਕ ਸਫ਼ਾ ਉੱਤੇ ਬਹੁਤ ਹੀ ਉਤਸ਼ਾਹੀ ਪ੍ਰਭਾਵ ਛੱਡਿਆ। 5 ਸਿੰਘ ਸਾਹਿਬਾਨ ਨੇ ਸਰਕਾਰ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਕਾਰ ਸੇਵਾ ਵਿਰੁੱਧ ਕਰੜਾ ਨੁਕਤਾਚੀਨੀ ਵਤੀਰਾ ਧਾਰਨ ਕਰੀ ਰੱਖਿਆ ਅਤੇ ਸੰਤਾ ਸਿੰਘ ਨਾਲ ਮਿਲਵਰਤਨ ਤੇ ਸਹਿਯੋਗ ਕਰਨ ਵਾਲੇ ਤੱਤ ਵਿਰੋਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਕਾਰਵਾਈ ਕੀਤੀ ਗਈ, ਜਿਨ੍ਹਾਂ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਪੇਸ਼ ਹੋ ਕੇ ਸਪਸ਼ਟੀਕਰਨ ਦੇ ਦਿੱਤਾ। ਉਹਨਾਂ ਨੂੰ ਤਨਖਾਹਾਂ ਲਾ ਕੇ ਮਾਫ ਕਰ ਦਿੱਤਾ ਗਿਆ ਅਤੇ ਅਕਾਲ ਤਖਤ ਤੋਂ ਨਾਬਰ ਹੋਣ ਵਾਲਿਆਂ ਨੂੰ ਪੰਥ ਚੋਂ ਖਾਰਜ ਕਰ ਦਿੱਤਾ ਗਿਆ। ਸਿੰਘ ਸਾਹਿਬਾਨ ਦੁਆਰਾ ਵਿਖਾਈ ਗਈ ਇਸ ਦ੍ਰਿੜਤਾ ਨੂੰ ਪੰਥ ਅੰਦਰ ਵਿਆਪਕ ਪੈਮਾਨੇ ਤੇ ਸਲਾਹਿਆ ਗਿਆ ਅਤੇ ਉਹਨਾਂ ਕੋਲੋਂ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਕਰਾਰਾ ਜਵਾਬ ਦੇਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਉਠਾਉਣ ਦੀ ਮੰਗ ਜ਼ੋਰ ਫੜ ਗਈ। ਇਸ ਪੰਥਕ ਉਭਾਰ ਤੇ ਰੋਹ ਦੇ ਮੱਦੇ ਨਜ਼ਰ ਸਿੰਘ ਸਾਹਿਬਾਨ ਨੇ ਬੂਟਾ ਸਿੰਘ ਵੱਲੋਂ ਰਚੇ ਗਏ ਸਰਬਤ ਖਾਲਸਾ ਸਮਾਗਮ ਦੇ ਸਰਕਾਰੀ ਅਡੰਬਰ ਦੇ ਟਾਕਰੇ ਵਿੱਚ ਖਰੀ ਪੰਥਕ ਸਪਰਿਟ ਤੇ ਸ਼ਕਤੀ ਦਾ ਪ੍ਰਗਟਾਵਾ ਕਰਨ ਲਈ 2 ਸਤੰਬਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਮੂਹ ਪੰਥ ਦਾ ਭਾਰੀ ਇਕੱਠ ਬੁਲਾਉਣ ਦਾ ਨਿਰਣਾ ਕੀਤਾ। ਸਿੱਖ ਰਵਾਇਤ ਮੁਤਾਬਕ ਕਿਉਂਕਿ ਸਰਬਤ ਖਾਲਸਾ ਸਮਾਗਮ ਸਿਰਫ ਅਕਾਲ ਤਖਤ ਸਾਹਿਬ ਤੇ ਬੁਲਾਉਣਾ ਹੀ ਯੋਗ ਸਮਝਿਆ ਜਾਂਦਾ ਹੈ ਅਤੇ ਅਕਾਲ ਤਖਤ ਉਸ ਵੇਲੇ ਸਰਕਾਰੀ ਫੌਜ ਦੇ ਕਬਜ਼ੇ ਹੇਠ ਸੀ, ਇਸ ਕਰਕੇ 2 ਦਸੰਬਰ ਦੇ ਸਮਾਗਮ ਨੂੰ ਸਰਬ ਸੰਸਾਰ ਸਿੱਖ ਸੰਮੇਲਨ ਦਾ ਨਾਮ ਦਿੱਤਾ ਗਿਆ ਅਤੇ ਇਸ ਦੇ ਵਾਸਤੇ 16 ਅਗਸਤ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਸੱਦਾ ਪੱਤਰ ਛਪਵਾ ਕੇ ਪੰਥ ਦੀਆਂ ਸਮੂਹ ਜਥੇਬੰਦੀਆਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਸੰਪਰਦਾਵਾਂ ਅਤੇ ਨਾਮਵਰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਧਾਰਮਿਕ ਤੇ ਰਾਜਸੀ ਹਸਤੀਆਂ ਨੂੰ ਭੇਜੇ ਗਏ। ਸਿੰਘ ਸਾਹਿਬਾਨ ਦੇ ਇਸ ਨਿਰਣੇ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅੰਦਰ ਇੱਕਦਮ ਵਿਆਪਕ ਉਭਾਰ ਤੇ ਉਤਸ਼ਾਹ ਪੈਦਾ ਕਰ ਦਿੱਤਾ। ਹਰ ਪਾਸਿਓਂ ਇਸ ਦੀ ਭਾਰੀ ਜੈ ਜੈਕਾਰ ਹੋਣ ਲੱਗੀ ਅਤੇ ਸੰਮੇਲਨ ਲਈ ਤੁਰੰਤ ਕਮਰ ਕੱਸੇ ਕੀਤੇ ਜਾਣ ਲੱਗੇ। 27 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਸੀ। ਚਿਰਾਂ ਤੋਂ ਚੱਲੀ ਆ ਰਹੀ ਰੀਤ ਮੁਤਾਬਕ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਦਾ ਸਾਰਾ ਸਟਾਫ, ਸ਼ਹਿਰ ਦੀਆਂ ਸਭਾ ਸੁਸਾਇਟੀਆਂ, ਸਿੱਖ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਵਾਜਿਆ ਗਾਜਿਆ ਸ਼ਬਦੀ ਜਥਿਆਂ ਦੀਆਂ ਸੁਰੀਲੀਆਂ ਧੁਨਾਂ ਨਾਲ ਸੁਨਹਿਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਸੀ। ਇਹ ਨਗਰ ਕੀਰਤਨ ਚੌਂਕਾ ਬਾਬਾ ਸਾਹਿਬ ਤੋਂ ਲੰਘ ਕੇ ਗੁਰਦੁਆਰਾ ਬਾਬਾ ਅਟਲ ਰਾਏ ਦੇ ਸਾਹਮਣੇ ਹੁੰਦਾ ਹੋਇਆ ਮੰਜੀ ਸਾਹਿਬ ਦੀਵਾਨ ਹਾਲ ਦੇ ਰਸਤੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਪ੍ਰਵੇਸ਼ ਕਰਿਆ ਕਰਦਾ ਸੀ। ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਇਹ ਪਹਿਲਾਂ ਤੋਂ ਚੱਲੀ ਆ ਰਹੀ ਰਵਾਇਤ ਕਾਇਮ ਰੱਖੀ ਜਾਵੇ। ਸਰਕਾਰ ਨੇ ਗੜਬੜ ਦੇ ਸ਼ੰਕੇ ਦੱਸ ਕੇ ਇਹ ਨਗਰ ਕੀਰਤਨ ਰੋਕਣ ਦਾ ਪੂਰਾ ਯਤਨ ਕੀਤਾ, ਪਰ ਆਖਰ ਫੌਜ ਦੇ ਕਰੜੇ ਪਹਿਰੇ ਹੇਠ ਨਗਰ ਕੀਰਤਨ ਦੀ ਸਹਿਮਤੀ ਦੇ ਦਿੱਤੀ। ਪਹਿਲਾ ਰਾਸਤਾ ਬਦਲਣ ਲਈ ਸਰਕਾਰ ਬਹੁਤ ਹੀ ਅੜੀ ਰਹੀ, ਪਰ ਸਿੰਘ ਸਾਹਿਬਾਨ ਵੀ ਆਪਣੀ ਮੰਗ ਤੋਂ ਪਿੱਛੇ ਨਹੀਂ ਹਟੇ, ਕਿਉਂਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਆਪਣੇ ਸੀਸ ਤੇ ਚੁੱਕ ਕੇ ਇਸੇ ਰਸਤੇ ਸ੍ਰੀ ਹਰਿਮੰਦਰ ਸਾਹਿਬ ਆਏ ਸਨ ਅਤੇ ਇੱਥੇ ਪਹਿਲਾਂ ਪ੍ਰਕਾਸ਼ ਕੀਤਾ ਸੀ। ਇਸ ਲਈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ। 27 ਅਗਸਤ 1984 ਨੂੰ ਸਵੇਰੇ 7 ਵਜੇ ਨਗਰ ਕੀਰਤਨ ਗੁਰਦੁਆਰਾ ਰਾਮਸਰ ਸਾਹਿਬ ਤੋਂ ਆਰੰਭ ਹੋਇਆ। ਨਗਰ ਕੀਰਤਨ ਵਿੱਚ ਸ਼ਰਧਾਲੂ ਸੰਗਤਾਂ ਦਾ ਉਤਸ਼ਾਹ ਤੇ ਇਕੱਠ ਇੱਕ ਮਿਸਾਲ ਸੀ ਜੋ ਪਹਿਲਾਂ ਸ਼ਾਇਦ ਹੀ ਕਦੇ ਵੇਖਣ ਵਿੱਚ ਆਇਆ ਹੋਵੇ। ਸੰਗਤਾਂ ਸ਼ਬਦ ਗਾਇਨ ਕਰਦੀਆਂ ਬੜੇ ਡਿਸਿਪਲਿਨ ਵਿੱਚ ਚੱਲ ਰਹੀਆਂ ਸਨ ਤੇ ਫੌਜੀ ਜਵਾਨ ਹੈਰਾਨੀ ਨਾਲ ਇਸ ਨੂੰ ਵੇਖ ਰਹੇ ਸਨ।
ਰਸਤੇ ਵਿੱਚ ਬਾਰਿਸ਼ ਸ਼ੁਰੂ ਹੋ ਗਈ। ਪਾਲਕੀ ਸਾਹਿਬ ਦੇ ਉੱਪਰ ਪਲਾਸਟਿਕ ਦਾ ਕੱਪੜਾ ਤਾਣ ਦਿੱਤਾ ਗਿਆ, ਪਰ ਸ਼ਰਧਾ ਤੇ ਸੱਚਾ ਸੁੱਚਾ ਆਦਰ ਭਾਵ ਐਸਾ ਸੀ ਕਿ ਸੰਗਤਾਂ ਨੇ ਭਿੱਜਣ ਤੋਂ ਬਚਣ ਲਈ ਕੋਈ ਯਤਨ ਨਾ ਕੀਤਾ। ਪਾਲਕੀ ਸਾਹਿਬ ਜਦੋਂ ਪਰਿਕਰਮਾ ਵਿੱਚ ਪੁੱਜੀ ਤਾਂ ਮੀਂਹ ਪੂਰੇ ਜ਼ੋਰ 'ਤੇ ਸੀ। ਪਰਿਕਰਮਾ ਪਾਣੀ ਨਾਲ ਭਰੀ ਹੋਈ ਸੀ। ਸੰਗਤਾਂ ਦੇ ਕੱਪੜੇ ਨੁੱਚੜ ਰਹੇ ਸਨ, ਪਰ ਉਤਸ਼ਾਹ ਹੋਰ ਵੱਧ ਰਿਹਾ ਸੀ। ਸ਼ਬਦਾਂ ਦੀ ਧੁਨੀ ਵਿੱਚ ਮਸਤ ਸੰਗਤਾਂ ਗੁਰੂ ਜਸ ਦੀ ਪ੍ਰਸੰਨਤਾ ਪ੍ਰਾਪਤ ਕਰ ਰਹੀਆਂ ਸਨ। ਇਸ ਪ੍ਰਭਾਵਸ਼ਾਲੀ ਸ਼ਾਂਤਮਈ ਪ੍ਰਦਰਸ਼ਨ ਵਾਲੇ ਨਗਰ ਕੀਰਤਨ ਦੀ ਸਰਕਾਰ ਅਤੇ ਫੌਜੀ ਅਧਿਕਾਰੀਆਂ ਦੇ ਮਨਾਂ 'ਤੇ ਇੱਕ ਪ੍ਰਕਾਰ ਦੀ ਕਰਾਰੀ ਸੱਟ ਸੀ। ਸੰਗਤਾਂ ਵਿੱਚ ਉਤਸ਼ਾਹ ਤੇ ਹੌਸਲਾ ਵਧਣ ਕਾਰਨ ਇਸ ਦਾ ਪ੍ਰਭਾਵ 2 ਸਤੰਬਰ ਨੂੰ ਹੋਣ ਵਾਲੇ ਸਰਬ ਸੰਸਾਰ ਸਿੱਖ ਸੰਮੇਲਨ ਉੱਪਰ ਵੀ ਪਿਆ। ਸੰਗਤਾਂ ਦੇ ਮਨਾਂ ਵਿੱਚੋਂ ਫੌਜ ਦਾ ਦਬਦਬਾ ਨਿਕਲ ਗਿਆ। ਸਰਕਾਰ ਨੇ 2 ਸਤੰਬਰ ਦੇ ਸਮਾਗਮ ਨੂੰ ਰੋਕਣ ਤੇ ਫੇਲ ਕਰਨ ਲਈ ਹਰ ਹੀਲਾ ਵਰਤਿਆ। ਹਕੂਮਤੀ ਤਾਕਤ ਤੇ ਜ਼ਬਰ ਦਾ ਦਹਿਲ ਪਾਉਣ ਦੇ ਪੁਰਜ਼ੋਰ ਯਤਨ ਕੀਤੇ ਗਏ, ਪਰ ਸਿੱਖ ਸੰਗਤਾਂ ਅੰਦਰ ਜੋਸ਼ ਤੇ ਉਤਸ਼ਾਹ ਇੰਨਾ ਸੀ ਕਿ ਉਹਨਾਂ ਨੇ ਸਰਕਾਰ ਦੀ ਹਰ ਘੁਰਕੀ ਨੂੰ ਟਿੱਚ ਕਰਕੇ ਜਾਣਿਆ ਅਤੇ ਦਿਲ ਫਰੇਬੀ ਹਾਕਮਾਂ ਦੀ ਸਮਾਗਮ ਨੂੰ ਫੇਲ ਕਰਨ ਦੀ ਹਰ ਘਿਨਾਉਣੀ ਚਾਲ ਨੂੰ ਨਾਕਾਮ ਕਰਕੇ ਰੱਖ ਦਿੱਤਾ। ਸਰਕਾਰ ਵੱਲੋਂ 27 ਅਗਸਤ ਨੂੰ 2 ਦਸੰਬਰ ਦੇ ਸੰਮੇਲਨ ਉੱਤੇ ਪਾਬੰਦੀ ਲਾਉਣ ਦਾ ਬਾਕਾਇਦਾ ਐਲਾਨ ਕਰ ਦਿੱਤਾ ਗਿਆ। ਸਾਰੇ ਪੰਜਾਬ ਅੰਦਰ ਦਫਾ 144 ਲਾ ਦਿੱਤੀ ਗਈ ਅਤੇ ਪੁਲਿਸ ਦੁਆਰਾ ਛਾਪੇ ਮਾਰ ਕੇ ਅਕਾਲੀ ਆਗੂਆਂ ਤੇ ਸਮਾਗਮ ਤੇ ਸਰਗਰਮ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਈ ਦਿਨ ਪਹਿਲਾਂ ਹੀ ਪੁਲਿਸ ਤੇ ਫੌਜ ਨੇ ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ ਦੀ ਸਖਤ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਸੀ। 1 ਸਤੰਬਰ ਤੋਂ ਅੰਮ੍ਰਿਤਸਰ ਜਾਣ ਵਾਲੀਆਂ ਕੁਝ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਟਰੱਕਾਂ ਟਰਾਲੀਆਂ ਤੇ ਵੀ ਸਖਤ ਰੋਕਾਂ ਲਾ ਦਿੱਤੀਆਂ ਗਈਆਂ ਸਨ। ਦਰਿਆਵਾਂ ਦੇ ਸਾਰੇ ਪੁਲ ਸੀਲ ਕਰ ਦਿੱਤੇ ਗਏ ਸਨ ਤਾਂ ਕਿ ਕੋਈ ਪੈਦਲ ਵੀ ਅੰਮ੍ਰਿਤਸਰ ਨਾ ਪੁੱਜ ਸਕੇ। ਪਰ ਸਰਕਾਰ ਦੇ ਇਹਨਾਂ ਸਾਰੇ ਜਾਬਰ ਹੱਥ ਕੰਡਿਆਂ ਦੇ ਬਾਵਜੂਦ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਮਾਗਮ ਕਰਨ ਲਈ ਪੂਰੇ ਦ੍ਰਿੜ ਚਿੱਤ ਰਹੇ। ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਸਰਗਰਮੀ ਤੇ ਯੋਜਨਾ ਨਾਲ ਤਿਆਰੀ ਦੇ ਅਮਲ ਵਿੱਚ ਜੁਟੇ ਰਹੇ। ਸਰਕਾਰ ਸਿੰਘ ਸਾਹਿਬਾਨ ਨੂੰ ਸਮਾਗਮ ਤੋਂ ਪਹਿਲਾਂ ਗ੍ਰਿਫਤਾਰ ਕਰਨ ਜਾਂ ਘਰਾਂ ਅੰਦਰ ਨਜ਼ਰਬੰਦ ਕਰ ਦੇਣ ਦੀਆਂ ਵਿਉਂਤਾਂ ਬੁਣ ਰਹੀ ਸੀ, ਪਰ ਸਰਕਾਰ ਦੀ ਇਸ ਚਾਲ ਨੂੰ ਨਾਕਾਮ ਕਰਨ ਲਈ ਪੰਜਾਂ ਸਿੰਘ ਸਾਹਿਬਾਨ ਨੇ 3 ਦਿਨ ਪਹਿਲਾਂ ਹੀ ਆਪਣੇ ਘਰਾਂ ਨੂੰ ਛੱਡ ਕੇ ਗੁਰਦੁਆਰਾ ਸ਼ਹੀਦਾਂ ਦੀ ਚਾਰਦੀਵਾਰੀ ਦੇ ਅੰਦਰ ਜਾ ਆਸਣ ਲਾਏ ਸਨ। ਇਸ ਕਰਕੇ ਉਹ ਤਾਂ ਗ੍ਰਿਫਤਾਰੀ ਤੋਂ ਬਚੇ ਰਹੇ, ਪਰੰਤੂ ਸਮਾਗਮ ਦੀਆਂ ਤਿਆਰੀਆਂ ਦੇ ਸਮੁੱਚੇ ਅਮਲ ਦੀ ਦੇਖ ਰੇਖ ਕਰ ਰਹੇ ਸਰਦਾਰ ਭਾਨ ਸਿੰਘ ਤੇ ਸਰਦਾਰ ਅਵਿਨਾਸ਼ੀ ਸਿੰਘ PA ਨੂੰ 31 ਅਗਸਤ ਦੀ ਸ਼ਾਮ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਪਰੰਤੂ ਸੰਗਤਾਂ ਅੰਦਰ ਸਮਾਗਮ ਵਿੱਚ ਸ਼ਾਮਲ ਹੋਣ ਦਾ ਇਰਾਦਾ ਇੰਨਾ ਦ੍ਰਿੜ ਸੀ ਕਿ ਉਹਨਾਂ ਨੇ ਸਰਕਾਰੀ ਰੋਕਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਵੱਖ-ਵੱਖ ਥਾਵਾਂ ਤੋਂ ਲੋਕ ਛੋਟੇ-ਛੋਟੇ ਜੱਥੇ ਬਣਾ ਕੇ ਛੋਟੇ-ਮੋਟੇ ਰਾਹਾਂ, ਡੰਡੀਆਂ ਜਾਂ ਖੇਤਾਂ ਦੀਆਂ ਵੱਟਾਂ ਉੱਪਰ ਦੀ ਪੈਦਲ ਚੱਲ ਕੇ ਅੰਮ੍ਰਿਤਸਰ ਜਾ ਪੁੱਜੇ ਸਨ। ਕਈਆਂ ਨੇ ਤੈਰ ਕੇ ਦਰਿਆ ਪਾਰ ਕੀਤੇ ਤੇ ਬਹੁਤਿਆਂ ਨੇ ਬੇੜੀਆਂ ਦਾ ਆਸਰਾ ਲਿਆ। 31 ਅਗਸਤ ਦੀ ਸ਼ਾਮ ਤੱਕ ਕੋਈ 50,000 ਲੋਕ ਅੰਮ੍ਰਿਤਸਰ ਪਹੁੰਚ ਚੁੱਕੇ ਸਨ। ਅਗਲੇ ਦਿਨ ਇਹ ਸੰਖਿਆ ਦੁੱਗਣੀ ਹੋ ਗਈ ਸੀ ਅਤੇ ਤੀਜੇ ਦਿਨ ਤੱਕ ਸੰਗਤਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਲੱਗਦਾ ਸੀ। 2 ਸਤੰਬਰ ਨੂੰ ਸਮਾਗਮ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਅੰਦਰ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ। ਗੁਰਦੁਆਰਾ ਸ਼ਹੀਦਾਂ ਨੂੰ ਜਾਣ ਵਾਲੇ ਸਾਰੇ ਰਸਤੇ ਫੌਜ ਨੇ ਸੀਲ ਕਰ ਦਿੱਤੇ ਸਨ, ਪਰ ਸ਼ਹਿਰ ਦੀਆਂ ਸੰਗਤਾਂ ਛੱਤਾਂ ਤੇ ਕੋਠਿਆਂ ਉੱਤੋਂ ਦੀ ਹੁੰਦੀਆਂ ਹੋਈਆਂ ਗੁਰਦੁਆਰਾ ਸਾਹਿਬ ਪਹੁੰਚ ਗਈਆਂ ਸਨ। ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਇੱਕ ਘਰ ਤੋਂ ਦੂਜੇ ਘਰ ਸੰਗਤਾਂ ਨੂੰ ਭੇਜਣ ਲਈ ਕੰਧਾਂ ਤੋੜ ਕੇ ਰਾਹ ਬਣਾ ਦਿੱਤੇ ਸਨ। ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਡਾਕਟਰ ਹਰਭਜਨ ਸਿੰਘ ਨੇ ਸੰਗਤਾਂ ਦੇ ਗੁਰਦੁਆਰਿਆਂ ਸ਼ਹੀਦਾਂ ਵੱਲ ਵਧਣ ਦੇ ਨਜ਼ਾਰੇ ਦਾ ਵਰਣਨ ਆਪਣੇ ਦਿਲਕਸ਼ ਅੰਦਾਜ਼ ਵਿੱਚ ਇਸ ਤਰ੍ਹਾਂ ਕੀਤਾ ਹੈ। ਸਿੰਘ ਦਰਿਆ ਦੀ ਚਾਲੇ ਗੁਰਦੁਆਰਾ ਸਾਹਿਬ ਵੱਲ ਵਗੀ ਜਾ ਰਹੇ ਸਨ। 1 ਤੇ 2 ਸਤੰਬਰ ਲਗਭਗ ਲਗਾਤਾਰ ਮੀਂਹ ਵਰਦਾ ਰਿਹਾ। ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਲੇ ਸਿੰਘਾਂ ਦਾ ਕਾਫਲਾ ਵੀ ਲਗਾਤਾਰ ਤੁਰਦਾ ਰਿਹਾ। ਨਿੱਕੀ ਕਣੀ ਦਾ ਮੀਂਹ ਸੀ। ਗਲੀਆਂ ਬਾਜ਼ਾਰਾਂ ਚਿੱਕੜ ਸਨ, ਪਰ ਸੰਗਤਾਂ ਅਗਾਂਹ ਵਧੀ ਜਾ ਰਹੀਆਂ ਸਨ। ਹਰ ਮੋੜ ਚੁਰਾਹੇ ਤੇ ਸੜਕ ਉੱਪਰ ਵਰਦੀ ਵਾਲਿਆਂ ਦਾ ਪਹਿਰਾ ਸੀ। ਕੁਝ ਥਾਵਾਂ ਤੇ ਕੰਡਿਆਲੀਆਂ ਤਾਰਾਂ ਨਾਲ ਰਸਤੇ ਰੋਕੇ ਗਏ ਸਨ, ਪਰ ਥਾਂ-ਥਾਂ ਤੇ ਨਿੱਕੇ ਵੱਡੇ ਲੋਕ ਕੰਨੀ ਵੱਟ ਕੇ ਗੁਰਦੁਆਰਾ
ਸ਼ਹੀਦਾਂ ਵਾਲਾ ਰਾਹ ਵੀ ਦੱਸ ਰਹੇ ਸਨ। ਲੋਕਾਂ ਨੇ ਆਪਣੀਆਂ ਬੈਠਕਾਂ ਖੋਲ੍ਹ ਕੇ ਸੰਗਤਾਂ ਦੇ ਜੋੜੇ ਰੱਖਣ ਦਾ ਪ੍ਰਬੰਧ ਕੀਤਾ ਹੋਇਆ ਸੀ। ਖੋਲ੍ਹੀਆਂ ਓਲਿਆਂ ਵਿੱਚ ਚਾਹ ਦੀਆਂ ਦੇਗਾਂ ਚੜ੍ਹੀਆਂ ਹੋਈਆਂ ਸਨ। ਸੰਮੇਲਨ ਵਿੱਚ ਸੰਗਤਾਂ ਦੀ ਹਾਜ਼ਰੀ ਤੇ ਉਹਨਾਂ ਦੇ ਰੋਹ ਦੀ ਵੀ ਸੁਣ ਲਵੋ। ਸੰਮੇਲਨ ਨਿਰੋਲ ਗੁਰਦੁਆਰਾ ਸ਼ਹੀਦਾਂ ਤੱਕ ਸੀਮਤ ਨਹੀਂ ਸੀ। ਪੰਡਾਲ ਛੋਟਾ ਸੀ ਤੇ ਸੰਮੇਲਨ ਜਿਵੇਂ ਪੰਡਾਲ ਦੀਆਂ ਸਿਉਣਾ ਪਾੜ ਕੇ ਬਾਹਰ ਉਛਲ ਰਿਹਾ ਸੀ। ਅਸਲ ਵਿੱਚ ਇਹ ਸੰਮੇਲਨ 5-7 ਪੰਡਾਲਾਂ ਤੱਕ ਫੈਲਿਆ ਹੋਇਆ ਸੀ। ਗੁਰਦੁਆਰਾ ਸ਼ਹੀਦਾਂ ਤੋਂ ਬਾਹਰ ਰਾਮਸਰ, ਵਿਵੇਕਸਰ, ਰਾਮਦਾਸ ਹਸਪਤਾਲ, ਸਕੂਲ ਤੇ ਹਸਪਤਾਲ ਦੀਆਂ ਛੱਤਾਂ ਸਭ ਇਸ ਸੰਮੇਲਨ ਦੇ ਪੰਡਾਲ ਸਨ। ਇੱਕ ਦੂਜੇ ਨਾਲ ਲਾਊਡ ਸਪੀਕਰਾਂ ਨਾਲ ਜੁੜੇ ਹੋਏ ਤੇ ਲੋਕ ਡੂੰਘੇ ਧਿਆਨ ਨਾਲ ਸੰਮੇਲਨ ਦੀ ਕਾਰਵਾਈ ਸੁਣ ਰਹੇ ਸਨ। ਉਹਨਾਂ ਦੀਆਂ ਲਿਸ਼ਕਦੀਆਂ ਅੱਖਾਂ ਫਰਕਦੇ ਬੁੱਲ੍ਹ ਇਸ ਕਾਰਵਾਈ ਦੀ ਪ੍ਰੌੜਤਾ ਕਰ ਰਹੇ ਸਨ। ਅਸਲ ਵਿੱਚ ਮਤਭੇਦ ਲਈ ਕੋਈ ਗੁੰਜਾਇਸ਼ ਨਹੀਂ ਸੀ। ਹਰ ਸਿੰਘ ਦੀ ਆਪਣੀ ਵੱਖਰੀ ਹੋਂਦ ਪੰਥ ਦੀ ਵੱਡੀ ਹਸਤੀ ਵਿੱਚ ਸਮਾ ਚੁੱਕੀ ਸੀ। ਇਉਂ ਜਾਪਦਾ ਸੀ ਜਿਵੇਂ ਸਰਬੱਤ ਖਾਲਸਾ ਆਪਣੇ ਮੁਖੀ ਜਥੇਦਾਰ ਦਾ ਹੁਕਮ ਸੁਣਨ ਆਇਆ ਹੋਵੇ। ਏਕਤਾ ਦਾ ਅਜਿਹਾ ਨਜ਼ਾਰਾ ਮੇਰੇ ਵੇਖਣ ਵਿੱਚ ਪਹਿਲਾਂ ਕਦੇ ਨਹੀਂ ਆਇਆ। ਸੰਮੇਲਨ ਦੀ ਕਾਰਵਾਈ ਦਾ ਸਭ ਤੋਂ ਅਹਿਮ ਹਿੱਸਾ ਇੱਕ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦਾ ਭਾਸ਼ਣ ਸੀ ਤੇ ਦੂਜਾ ਸੰਗਤਾਂ ਦੀ ਪ੍ਰਵਾਨਗੀ ਲਈ ਪੇਸ਼ ਕੀਤੇ ਗਏ ਮਤੇ ਸਨ। ਸੰਗਤਾਂ ਸੰਕਟ ਦੀ ਉਸ ਘੜੀ ਅੰਦਰ ਸਿੰਘ ਸਾਹਿਬਾਨ ਦੁਆਰਾ ਕੌਮ ਨੂੰ ਦਿੱਤੇ ਜਾਣ ਵਾਲੇ ਠੋਸ ਪ੍ਰੋਗਰਾਮ ਬਾਰੇ ਜਾਣਨ ਲਈ ਬੇਹੱਦ ਬੇਤਾਬ ਸਨ। ਇਸ ਕਰਕੇ ਉਹਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਾਰਾ ਭਾਸ਼ਣ ਪੂਰੇ ਕੰਨ ਲਾ ਕੇ ਸੁਣਿਆ। ਜਥੇਦਾਰ ਜੀ ਦੇ ਭਾਸ਼ਣ ਦੀ ਸੁਰ ਤਿੱਖੀ ਸੀ। ਹਾਕਮਾਂ ਦੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਸਖਤ ਤੇ ਗੁਸੈਲੀ ਸ਼ਬਦਾਵਲੀ ਵਰਤੀ ਗਈ ਸੀ ਅਤੇ ਇਹਨਾਂ ਜ਼ੁਲਮਾਂ ਪਿੱਛੇ ਕੰਮ ਕਰਦੀ ਸਿੱਖ ਦੋਖੀ ਭਾਵਨਾ ਤੇ ਸਿੱਖ ਸਰੂਪ ਬਾਣੀ ਬਾਣੇ ਪਵਿੱਤਰ ਗੁਰੂ ਧਾਮਾਂ ਅਤੇ ਆਨੰਦਪੁਰੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਬੇਵਾਕ ਲਹਿਜੇ ਵਿੱਚ ਭੰਡਿਆ ਗਿਆ ਸੀ। ਇਸ ਕਰਕੇ ਜਿੱਥੋਂ ਤੱਕ ਦਾ ਭਾਸ਼ਣ ਦੀ ਰਸਮ, ਸੁਰ ਤੇ ਲਹਿਜੇ ਦੀ ਗੱਲ ਸੀ, ਉਸ ਤੋਂ ਸੰਗਤਾਂ ਲਗਭਗ ਪੂਰੀ ਤਰ੍ਹਾਂ ਸੰਤੁਸ਼ਟ ਸਨ। ਸਾਫ਼ ਜ਼ਾਹਰ ਹੁੰਦਾ ਸੀ ਕਿ ਭਾਸ਼ਣ ਕਿਸੇ ਅਕਾਲੀ ਰਾਜਨੀਤੀ ਵਿੱਚ ਪ੍ਰਵੀਣ ਵਿਅਕਤੀ ਵੱਲੋਂ ਲਿਖਿਆ ਗਿਆ ਸੀ, ਕਿਉਂਕਿ ਜਥੇ ਇਸ ਨੂੰ ਤਿਆਰ ਕਰਨ ਵੇਲੇ ਸਿੱਖ ਜਨਤਾ ਦੀ ਤਤਕਾਲੀ ਮਾਨਸਿਕ ਅਵਸਥਾ ਤੇ ਰਾਜਸੀ ਰੋਹ ਨੂੰ ਬਾਕਾਇਦਾ ਧਿਆਨ ਵਿੱਚ ਰੱਖਿਆ ਗਿਆ ਸੀ। ਉੱਥੇ ਨਾਲ ਹੀ ਅਕਾਲੀ ਰਾਜਨੀਤੀ ਦੀ ਮਰਿਆਦਾ ਦਾ ਵੀ ਪੂਰਾ ਪਾਲਣ ਕੀਤਾ ਗਿਆ ਸੀ। ਭਾਸ਼ਣ ਵਿੱਚ ਉਹੀ ਗੱਲ ਥੋੜ੍ਹੇ ਜਿਹੇ ਵੱਧ ਜ਼ੋਰ ਤੇ ਗੁੱਸੇ ਨਾਲ ਕਹੀਆਂ ਗਈਆਂ ਸਨ ਜੋ ਅਕਾਲੀ ਆਗੂਆਂ ਪਿੱਛੇ 30-35 ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਸਨ। ਸਾਰੀ ਗੱਲ ਦਾ ਜ਼ੋਰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਪਹਿਲਾਂ ਵਾਲੀ ਹਾਲਤ ਬਹਾਲ ਕਰਨ ਉੱਤੇ ਦਿੱਤਾ ਗਿਆ ਸੀ। ਹਮਲੇ ਸਦਕਾ ਸਿੱਖ ਕੌਮ ਸਾਹਮਣੇ ਪੈਦਾ ਹੋਈ ਨਵੀਂ ਸਥਿਤੀ ਅਤੇ ਇਸ ਚੋਂ ਨਿਕਲਦੇ ਨਵੇਂ ਯੁੱਧ ਨੀਤੀ ਕਾਰਜਾਂ ਦਾ ਕਿਤੇ ਇਸ਼ਾਰੇ ਮਾਤਰ ਵੀ ਕੋਈ ਜ਼ਿਕਰ ਨਹੀਂ ਸੀ। ਸਾਫ਼ ਪ੍ਰਗਟ ਹੁੰਦਾ ਸੀ ਕਿ ਇਤਿਹਾਸ ਵੱਲੋਂ ਏਡੀ ਵੱਡੀ ਕਰਵਟ ਲੈਣ ਜਾਣ ਦੇ ਬਾਵਜੂਦ ਅਕਾਲੀ ਆਗੂਆਂ ਦੀ ਤਰ੍ਹਾਂ ਹੀ ਸਿੰਘ ਸਾਹਿਬਾਨ ਦੀ ਸੋਚ ਦੀ ਸੂਈ ਵੀ ਪੁਰਾਣੀ ਜਗ੍ਹਾ ਤੇ ਹੀ ਅਟਕੀ ਖੜੀ ਸੀ, ਜਿਸ ਕਰਕੇ ਕੌਮ ਦੇ ਸਾਹਮਣੇ ਕੋਈ ਨਵੀਂ ਤੇ ਸੱਜਰੀ ਸੋਚ ਪੇਸ਼ ਕਰਨ ਅਤੇ ਭਵਿੱਖ ਵਾਸਤੇ ਕੋਈ ਨਵੀਂ ਸੇਧ ਉਭਾਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਲੀਡਰਸ਼ਿਪ ਤੇ ਨੀਤੀਆਂ ਵਿੱਚ ਪੂਰਨ ਭਰੋਸੇ ਦਾ ਪ੍ਰਗਟਾਵਾ ਕਰਨ ਦੀ ਘਸੀ ਪਿਟੀ ਰਵਾਇਤ ਦੀ ਪਾਲਣਾ ਕਰਨ ਤੋਂ ਗੁਰੇਜ਼ ਨਾ ਕੀਤਾ ਗਿਆ। ਜਥੇਦਾਰ ਜੀ ਦੇ ਭਾਸ਼ਣ ਵਿੱਚ ਪੰਥਕ ਏਕਤਾ ਦੇ ਹੱਕ ਵਿੱਚ ਜਜ਼ਬਾਤੀ ਰੋਹ ਪੈਦਾ ਕਰਨ ਦੇ ਉਚੇਚੇ ਤੇ ਸੁਚੇਤ ਯਤਨ ਕੀਤੇ ਗਏ। ਅਜਿਹਾ ਇੱਕ ਖਾਸ ਰਾਜਨੀਤਿਕ ਪ੍ਰਸੰਗ ਵਿੱਚ ਤੇ ਵਿਸ਼ੇਸ਼ ਲੋੜ ਵਿੱਚੋਂ ਕੀਤਾ ਗਿਆ ਸੀ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਪਹਿਲਾਂ ਤੇ ਹਮਲੇ ਦੇ ਦੌਰਾਨ ਵੀ ਅਕਾਲੀ ਲੀਡਰਸ਼ਿਪ ਦੁਆਰਾ ਨਿਭਾਈ ਗਈ ਭੂਮਿਕਾ ਬਾਰੇ ਸਿੱਖਾਂ ਦੇ ਇੱਕ ਵਰਗ ਨੇ ਮਨਾਂ ਅੰਦਰ ਤਿੱਖੇ ਸ਼ੰਕੇ ਤੇ ਇਤਰਾਜ਼ ਸਨ। ਉਹ ਦਰਬਾਰ ਸਾਹਿਬ ਦੀ ਬਰਬਾਦੀ ਲਈ ਭਾਰਤੀ ਹਾਕਮਾਂ ਦੇ ਨਾਲ ਹੀ ਇੱਕ ਹੱਦ ਤੱਕ ਅਕਾਲੀ ਆਗੂ ਨੂੰ ਵੀ ਦੋਸ਼ੀ ਸਮਝਦੇ ਸਨ। ਹਮਲੇ ਤੋਂ ਬਾਅਦ ਸਿੰਘ ਸਾਹਿਬਾਨ ਦੀ ਭੂਮਿਕਾ ਨੇ ਅਕਾਲੀ ਲੀਡਰਸ਼ਿਪ ਪ੍ਰਤੀ ਸਿੱਖਾਂ ਦੇ ਇਤਰਾਜ਼ਾਂ ਨੂੰ ਹੋਰ ਪਾਣ ਚਾੜ੍ਹ ਦਿੱਤੀ ਸੀ, ਜਿਸ ਦਾ ਇਜ਼ਹਾਰ ਖੁੱਲ੍ਹੇ ਰੂਪ ਵਿੱਚ ਹੋਣ ਲੱਗ ਪਿਆ ਸੀ। ਸੋ ਸੰਮੇਲਨ ਅੰਦਰ ਸਿੰਘ ਸਾਹਿਬਾਨ ਵੱਲੋਂ ਪੰਥਕ ਏਕਤਾ ਉੱਤੇ ਬਲ ਦੇਣ ਦਾ ਅਸਲ ਮਤਲਬ ਅਕਾਲੀ ਲੀਡਰਸ਼ਿਪ ਦੀ ਆਲੋਚਨਾ ਨੂੰ ਦਬਾਉਣਾ ਸੀ। ਇਸ ਤਰ੍ਹਾਂ ਪੰਥਕ ਏਕਤਾ ਬਾਰੇ ਸਿੰਘ ਸਾਹਿਬਾਨ ਦੀ ਸਮਝ ਤੇ ਭਾਵਨਾ ਦੋਨਾਂ ਵਿੱਚ ਹੀ ਵੱਡੇ ਦੋਸ਼ ਸਨ।
ਤਜਰਬੇ ਨੇ ਇਹ ਗੱਲ ਪ੍ਰਤੱਖ ਵਿਖਾ ਦਿੱਤੀ ਸੀ ਕਿ ਭਾਰਤੀ ਹਾਕਮਾਂ ਖਿਲਾਫ ਸੰਘਰਸ਼ ਕਰਨ ਦੀ ਸੁਹਿਰਦ ਭਾਵਨਾ ਪੰਥਕ ਏਕਤਾ ਲਈ ਪਹਿਲੀ ਤੇ ਜ਼ਰੂਰੀ ਸ਼ਰਤ ਸੀ ਅਤੇ ਭਾਰਤੀ ਹਾਕਮਾਂ ਨਾਲ ਸਮਝੌਤੇ ਦੀ ਪ੍ਰਵਿਰਤੀ ਪੰਥਕ ਏਕਤਾ ਦੇ ਜੜੀ ਤੇਲ ਦੇਣ ਵਾਲਾ ਪ੍ਰਮੁੱਖ ਜ਼ਹਿਰੀਲਾ ਤੱਤ ਸੀ। ਧਰਮ ਯੁੱਧ ਮੋਰਚੇ ਦੌਰਾਨ ਵੀ ਜਦੋਂ ਸਿੱਖਾਂ ਨੇ ਸਾਰੇ ਰਾਜਸੀ ਵਰਗਾਂ ਧੜਿਆਂ ਨੇ ਤਨੋ ਮਨੋ ਸਰਕਾਰ ਵਿਰੁੱਧ ਸੰਘਰਸ਼ ਦਾ ਰੁਖ ਅਪਣਾਇਆ ਤਾਂ ਪੰਥ ਅੰਦਰ ਏਕਤਾ ਦਾ ਉਤਸ਼ਾਹੀ ਮਾਹੌਲ ਪੈਦਾ ਹੁੰਦਾ ਰਿਹਾ, ਪਰੰਤੂ ਜਦੋਂ ਹੀ ਕਿਸੇ ਵਰਗ ਨੇ ਆਪਣੇ ਰਾਜਸੀ ਸਵਾਰਥ ਲਈ ਸਿੱਖ ਦੁਸ਼ਮਣ ਹਾਕਮਾਂ ਨਾਲ ਚੋਣ ਯਾਰੀ ਖੰਡਣ ਦਾ ਯਤਨ ਕੀਤਾ ਤਾਂ ਪੰਥ ਅੰਦਰ ਆਪਸੀ ਬੇਪ੍ਰਤੀਤੀ ਤੇ ਬੇਇਤਫਾਕੀ ਦਾ ਜ਼ਹਿਰੀ ਵਾਤਾਵਰਨ ਪੈਦਾ ਹੋ ਜਾਂਦਾ ਰਿਹਾ। ਹਮਲੇ ਤੋਂ ਬਾਅਦ ਵੀ ਇਹੋ ਵਰਤਾਰਾ ਸਾਹਮਣੇ ਆਇਆ। ਜਦੋਂ ਹੀ ਸਿੰਘ ਸਾਹਿਬਾਨ ਨੇ ਸਰਕਾਰ ਵਿਰੁੱਧ ਕਰੜਾ ਰੁਖ ਪ੍ਰਗਟਾਇਆ ਤਾਂ ਉਹਨਾਂ ਨੂੰ ਸਿੱਖ ਜਨਤਾ ਦਾ ਭਰਪੂਰ ਸਮਰਥਨ ਮਿਲਿਆ, ਪਰ ਜਦੋਂ ਹੀ ਉਹਨਾਂ ਨੇ ਸਰਕਾਰੀ ਦਬਾਅ ਹੇਠ ਆ ਜਾਣ ਦੇ ਸੰਕੇਤ ਦਿੱਤੇ ਤਾਂ ਉਹਨਾਂ ਨੂੰ ਸਿੱਖ ਜਨਤਾ ਦੇ ਤਿਰਸਕਾਰ ਦਾ ਸਾਹਮਣਾ ਕਰਨਾ ਪਿਆ। ਇਸ ਤੱਥ ਨੇ ਸੰਮੇਲਨ ਦੀ ਕਾਰਵਾਈ ਉੱਤੇ ਵੀ ਆਪਣਾ ਪ੍ਰਤੱਖ ਅਸਰ ਵਿਖਾਇਆ। ਸਿੰਘ ਸਾਹਿਬਾਨ ਦੁਆਰਾ ਸਿੱਖ ਦੁਖੀਆਂ ਨਾਲੋਂ ਨਖੇੜੇ ਦੀ ਸਪਸ਼ਟ ਲਕੀਰ ਖਿੱਚੇ ਜਾਣ ਦੇ ਹਰ ਬੋਲ ਅਤੇ ਕਰਮ ਉੱਤੇ ਸਿੱਖ ਸੰਗਤ ਨੇ ਬੁਲੰਦ ਆਵਾਜ਼ ਵਿੱਚ ਜੈਕਾਰੇ ਵਜਾਏ। ਜਦੋਂ ਗਿਆਨੀ ਸਾਹਿਬ ਸਿੰਘ ਜੀ ਨੇ ਰਾਸ਼ਟਰਪਤੀ ਜ਼ੈਲ ਸਿੰਘ ਤੇ ਸਰਦਾਰ ਬੂਟਾ ਸਿੰਘ ਨੂੰ ਤਨਖਾਹੀਆ ਕਰਾਰ ਦੇਣ ਵਾਲਾ ਫੈਸਲਾ ਪੜ੍ਹ ਕੇ ਸੁਣਾਇਆ ਤਾਂ ਸਾਰਾ ਵਾਤਾਵਰਨ ਜੈਕਾਰਿਆਂ ਨਾਲ ਗੂੰਜ ਉੱਠਿਆ ਸੀ। ਸੰਗਤਾਂ ਦਰਬਾਰ ਸਾਹਿਬ ਨੂੰ ਸਰਕਾਰ ਦੇ ਕਬਜ਼ੇ ਤੋਂ ਸੁਤੰਤਰ ਕਰਵਾਉਣ ਲਈ ਕੋਈ ਠੋਸ ਤੇ ਤਿੱਖੇ ਐਕਸ਼ਨ ਐਲਾਨਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੀਆਂ ਸਨ। ਗਿਆਨੀ ਕਿਰਪਾਲ ਸਿੰਘ ਜੀ ਨੇ ਆਪਣੇ ਭਾਸ਼ਣ ਦੇ ਅੰਤਿਮ ਭਾਗ ਵਿੱਚ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ ਸੀ ਕਿ ਉਹ 30 ਸਤੰਬਰ ਤੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਆਪਣੀਆਂ ਫੌਜਾਂ ਕੱਢ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਖਾਲਸਾ ਪੰਥ ਦੀ ਪ੍ਰਤੀਨਿਧ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦੇਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਨੇ ਸਮੂਹ ਸਿੱਖ ਜਗਤ ਨੂੰ ਇਹ ਅਪੀਲ ਕੀਤੀ ਕਿ ਉਹ 30 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਸਿਰ ਤਲੀਆਂ ਤੇ ਰੱਖ ਕੇ ਸ੍ਰੀ ਅੰਮ੍ਰਿਤਸਰ ਵੱਲ ਮਾਰਚ ਕਰ ਦੇਣ। ਇਸ ਉਪਰੰਤ 1 ਅਕਤੂਬਰ ਨੂੰ 5 ਸਿੰਘ ਸਾਹਿਬਾਨ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਵੱਲ ਵਿਸ਼ਾਲ ਮਾਰਚ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ। ਗਿਆਨੀ ਜੀ ਦੇ ਇਸ ਐਲਾਨ ਨੇ ਸਿੱਖ ਸੰਗਤਾਂ ਉੱਤੇ ਮਿਲਵਾਂ ਪ੍ਰਭਾਵ ਛੱਡਿਆ। ਡਾਕਟਰ ਹਰਭਜਨ ਸਿੰਘ ਦੁਆਰਾ ਲਿਖੀ ਗਈ ਸੰਮੇਲਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਇਹ ਐਲਾਨ ਸੁਣ ਕੇ ਇੱਕ ਪਲ ਲਈ ਤਾਂ ਸੰਗਤਾਂ ਵਿੱਚ ਅਥਾਹ ਖੁਸ਼ੀ ਦੀ ਤਰੰਗ ਪੈਦਾ ਹੋ ਗਈ ਸੀ, ਪਰੰਤੂ ਅਗਲੇ ਹੀ ਪਲ ਉਹਨਾਂ ਉੱਤੇ ਦਿਲਗਿਰੀ ਛਾ ਗਈ। ਇਹ ਸਵਾਲ ਹਰ ਮਨ ਅੰਦਰ ਉੱਠ ਖਲੋਤਾ। ਪੰਡਾਲ ਵਿੱਚ ਹਲਚਲ ਪੈਦਾ ਹੋ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਉੱਠ ਕੇ ਮੁਤਾਲਬਾ ਕੀਤਾ ਕਿ ਹਰਿਮੰਦਰ ਸਾਹਿਬ ਵੱਲ ਮਾਰਚ ਬਿਲਕੁਲ ਹੁਣੇ ਕੀਤਾ ਜਾਵੇ। ਗਿਆਨੀ ਸਾਹਿਬ ਸਿੰਘ ਨੇ ਲੋਕਾਂ ਨੂੰ ਸਪਸ਼ਟੀਕਰਨ ਤੇ ਸਫਾਈਆਂ ਦੇ ਕੇ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ। ਲੋਕ ਇੱਕ ਵੇਰਾ ਸ਼ਾਂਤ ਤਾਂ ਹੋ ਗਏ ਪਰ ਸੰਤੁਸ਼ਟ ਉੱਕਾ ਨਾ ਹੋਏ। ਸਿੰਘ ਸਾਹਿਬਾਨ ਬਾਰੇ ਉਹਨਾਂ ਦੇ ਮਨਾਂ ਅੰਦਰ ਬਣੇ ਸ਼ੰਕੇ ਹੋਰ ਗੂੜੇ ਹੋ ਗਏ। ਸਰਕਾਰ ਨੂੰ ਮਹੀਨੇ ਭਰ ਦੀ ਮੁਹੱਲਤ ਦੇਣ ਪਿੱਛੇ ਕੀ ਸੋਚ ਅਥਵਾ ਸਵਾਰਥ ਛੁਪਿਆ ਹੋ ਸਕਦਾ ਸੀ? ਇਹ ਸਵਾਲ ਸਿੱਖਾਂ ਦੇ ਮਨਾਂ ਅੰਦਰ ਸੂਲ ਦੀ ਤਰ੍ਹਾਂ ਖੁੱਭ ਕੇ ਰਹਿ ਗਿਆ, ਜਿਸ ਦੀ ਪੀੜ ਉਹਨਾਂ ਨੂੰ ਲੰਬੇ ਚਿਰ ਤਾਈਂ ਸਤਾਉਂਦੀ ਰਹੀ। ਮੀਡੀਏ ਅੰਦਰ ਇਹ ਚਰਚਾ ਆਮ ਹੋਣੀ ਸ਼ੁਰੂ ਹੋ ਗਈ ਸੀ ਕਿ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਸਰਕਾਰ ਨਾਲ ਅੰਦਰ ਖਾਤੇ ਕੋਈ ਲੁਕਵੀਂ ਸਹਿਮਤੀ ਹੋ ਚੁੱਕੀ ਹੈ ਅਤੇ ਸਰਕਾਰ ਨੂੰ ਦਿੱਤੀ ਗਈ ਮਹੀਨੇ ਦੀ ਮੁਹੱਲਤ ਇਸ ਆਪਸੀ ਸਹਿਮਤੀ ਦਾ ਹੀ ਨਤੀਜਾ ਸੀ, ਤਾਂ ਜੋ ਮਹੀਨੇ ਵਿੱਚ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਵੇ, ਕਿਉਂਕਿ ਉੱਥੋਂ ਤੱਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਸਿੰਘ ਸਾਹਿਬਾਨ ਨੂੰ ਵੀ ਸਿੱਖ ਜਨਤਾ ਦੇ ਰੋਹ ਦਾ ਪਤਾ ਚੱਲ ਗਿਆ ਸੀ ਕਿ ਫੌਜ ਦੇ ਲਾਂਭੇ ਹੋਣ ਤੋਂ ਬਾਅਦ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਜਾਂ ਨਵ ਉਸਾਰੀ ਕਰਨ ਦੀ ਆਗਿਆ ਨਹੀਂ ਦੇਣੀ ਸੀ, ਜਿਸ ਨਾਲ ਹਾਲਾਤ ਉਹਨਾਂ ਦੇ ਕਾਬੂ ਤੋਂ ਬਾਹਰ ਚਲੇ ਜਾਣੇ ਸਨ ਅਤੇ ਉਹ ਸਿੱਖ ਰਾਜਨੀਤੀ 'ਚੋਂ ਦਰਕਿਨਾਰ ਹੋ ਕੇ ਰਹਿ ਜਾਣੇ ਸਨ। ਬਾਕੀ ਰਹਿੰਦੇ ਵਿਚਾਰ ਸੰਗਤ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।